मेरे पीछे पीछे बोलो। खुदा दे बेटे बेटियां कौन हैं? खुदा दे बेटियां बेटे कौन सन? खुदा दे बेटे बेटियां कौन हैं? खुदा दे बेटियां बेटे कौन सन? क्योंकि शैतान नूं खुदा ने कहा सी कि तेरी नस्ल विच ते औरत दी नस्ल विच मैं जुदाई पावांगा, है ना? हाँ जी। नस्ल कहा सी ते हुण इत्थे लिखिया दा रब दी नस्ल कदों बनदी है? आत्मावां अनगिनत ने, अनगिनत रूहां विचों जिहड़ियां परमेश्वर दे बेटियां ते बेटे बन जाते हैं, वो किहड़ियां ते कैसियां रूहां होंदियां ने। हुण असीं पढ़ांगे पहला यूहन्ना दी इंजील बाब पहला आयत 12। प्रभु यीशु ने उसे ग्रहण किया, उसने उन्हें परमेश्वर की संतान होने का अधिकार दिया। जितनों ने उसे ग्रहण किया उन्हें परमेश्वर की संतान होने का अधिकार दिया। अर्थात उन्हें जो उसके नाम पर विश्वास अर्थात उन्हें जो उसके नाम पर विश्वास करते हैं। फिर 8 बाब उदी 14 आयत रूमियों की पुत्री। क्यों जो जिन्ने परमेश्वर दे आत्मा ਦੀ ਅਗਵਾਈ ਨਾਲ ਚੱਲਦੇ ਹਨ ਉਹ ਪਰਮੇਸ਼ਰ ਦੇ ਪੁੱਤਰ ਹਨ। क्यों जो जिन्हें परमेश्वर के आत्मा की अगवाई नाल चलते हैं वही परमेश्वर के पुत्र हैं। जिन्हें उहदे आत्मा की अगवाई नाल चलते हैं, ये तुसी शब्द सारे ध्यान नाल सुनो ते ध्यान विच रखो जिहड़े असीं सुने हैं। मेरे पिछे पिछे सारे ते बोलना। जिहड़े प्रभु यीशु दे उत्ते विश्वास करते हैं, ਜਿਹੜੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਨ ਅਤੇ ਉਹਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਅਤੇ ਉਹਦੇ ਨਾਮ ਤੇ ਵਿਸ਼ਵਾਸ ਕਰਦੇ ਹਨ, ਉਹੀ ਪਰਮੇਸ਼ਵਰ ਦੇ ਬੇਟੇ ਹਨ। ਉਹੀ ਪਰਮੇਸ਼ਵਰ ਦੇ ਬੇਟੇ ਹਨ, ਜਿਹੜੇ ਉਹਦੇ ਰੂਹ ਦੀ ਹਦਾਇਤ ਨਾਲ ਚੱਲਦੇ ਹਨ, ਜਿਹੜੇ ਉਹਦੇ ਰੂਹ ਦੀ ਹਦਾਇਤ ਨਾਲ ਚੱਲਦੇ ਹਨ, ਉਹੀ ਉਹਦੇ ਬੇਟੇ ਬੇਟੀਆਂ ਹਨ। ਉਹੀ ਉਹਦੇ ਬੇਟੇ ਹਨ। ਜਿਨ੍ਹਾਂ ਨੇ ਸੁਣਿਆ ਤੇ ਬੋਲਣਾ ਸਾਰਿਆਂ ਨੇ ਹੈ। ਪੁੱਛੋ ਕਿਉਂ? ਜੇ ਤੁਸੀਂ ਲਫ਼ਜ਼ ਆਪਣੇ ਮੂੰਹ ਵਿੱਚੋਂ ਪੜ੍ਹਦੇ ਆ, ਕਿਉਂਕਿ ਇੱਕ ਬੜੀ ਭੇਤੀ ਗੱਲ ਹੈ, ਤੁਸੀਂ ਸਮਝਣੀ ਆ। ਈਮਾਨ ਦਿਲ ਤੋਂ ਲਿਆਂਦਾ ਜਾਂਦਾ ਹੈ। ਬੋਲੋ, ਈਮਾਨ ਦਿਲ ਤੋਂ ਲਿਆਂਦਾ ਜਾਂਦਾ ਹੈ। ਇਕਰਾਰ ਆਪਣੇ ਮੂੰਹ ਤੋਂ ਕੀਤਾ ਜਾਂਦਾ ਹੈ, ਆਪਣੇ ਮੂੰਹ ਤੋਂ ਕੀਤਾ ਜਾਂਦਾ ਹੈ। ਤੇ ਜੇ ਖੋਲਾਂਗੇ ਤੇ ਇਕਰਾਰ ਹੋਵੇਗਾ ਨਾ, ਤੇ ਜੇ ਬੰਦ ਰੱਖੋਗੇ ਤੇ ਫਾਇਦਾ ਕੁਝ ਨਹੀਂ। ਜਿਹੜਾ ਮਨ ਦੇ ਵਿੱਚ ਵਚਨ ਜਾਣਾ ਤੁਹਾਡੀ ਜ਼ੁਬਾਨ ਦੇ ਵਸੀਲੇ ਜਾਣਾ ਹੈ, ਤੇ ਜੇ ਤੁਹਾਡੀ ਜ਼ੁਬਾਨ ਬੰਦ ਰਹੇਗੀ ਤੇ ਫਿਰ ਉਹ ਮਨ ਵਿੱਚ ਨਹੀਂ ਜਾਏਗਾ। ਮਨ ਵਿੱਚ ਹੁਣ ਅੱਜ ਅਸੀਂ ਸਿੱਖਿਆ ਪ੍ਰਾਪਤ ਕਰਨੀ ਹੈ। ਜਲਦੀ ਜਲਦੀ ਪੜਾਂਗੇ, ਭਾਵੇਂ ਹਿੰਦੀ, ਭਾਵੇਂ ਪੰਜਾਬੀ, ਭਾਵੇਂ ਇੰਗਲਿਸ਼ ਵਿੱਚ ਜਲਦੀ ਜਲਦੀ ਪੜ੍ਹਨਾ। गिनती की किताब द बुक ऑफ द नंबर, गिनती की किताब ओदा बाब 9 ओदी आयत 15 तो शुरू करना। जिस दिन एक मैं जिस दिन डेरा खड़ा किया गया, डेरा ਉਹਨੂੰ ਕਹਿੰਦੇ ਹਨ, ਤੰਬੂ ਉਹਨੂੰ ਕਹਿੰਦੇ ਨੇ, ਮਿਲਾਪ ਵਾਲਾ ਤੰਬੂ ਉਹਨੂੰ ਕਹਿੰਦੇ ਹਨ, ਮਿਲਾਪ ਵਾਲਾ ਤੰਬੂ ਜਿਹਦੇ ਵਿੱਚ ਬੰਦੇ ਦਾ ਤੇ ਰੱਬ ਦਾ ਮਿਲਾਪ ਹੋ ਜਾਵੇ, ਉਹਨੂੰ ਕਹਿੰਦੇ ਨੇ ਮਿਲਾਪ ਵਾਲਾ ਤੰਬੂ।
पढ़ी जिद्दन नूं खड़ा कीता ਤਾਂ ਬੱਦਲ ਨੇ ਡੇਰੇ ਨੂੰ ਸਾਖੀ ਦੇ ਤੰਬੂ ਤੇ ਢੱਕ ਲਿਆ ਤੇ ਜਿਹੜਾ ਬੱਦਲ ਸੀ ਉਹਦੇ ਉੱਤੇ ਡੇਰੇ ਦੇ ਉੱਤੇ ਤੰਬੂ ਦੇ ਉੱਤੇ ਉਸ ਨੇ ਉਸ ਤੰਬੂ ਨੂੰ ਮਿਲਾਪ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ ਅਤੇ ਸਾਂਝ ਨੂੰ ਡੇਰੇ ਉੱਤੇ ਸਵੇਰ ਦੀ ਅੱਗ ਜਿਹੀ ਦਿਸਦੀ ਰਹੀ ਤੇ ਸਵੇਰ ਤੱਕ ਰਾਤ ਨੂੰ ਉਸ ਡੇਰੇ ਉੱਤੇ ਤੰਬੂ ਉੱਤੇ ਮਿਲਾਪ ਵਾਲੇ ਤੰਬੂ ਦੇ ਉੱਤੇ ਰਾਤ ਨੂੰ ਅੱਗ ਸੀ ਰਾਤ ਨੂੰ ਅੱਗ ਸੀ ਤੇ ਸਵੇਰ ਨੂੰ ਉਹ ਬੱਦਲ ਸੀ ਕਿਉਂ ਸਦਾ ਹੀ ਹੁੰਦਾ ਸੀ ਤੇ ਇਹੋ ਸਦਾ ਹੀ ਹੁੰਦਾ ਸੀ ਧਿਆਨ ਨਾਲ ਸੁਣਨਾ ਤੁਸੀਂ ਬੱਦਲ ਨੂੰ ਢੱਕਦਾ ਹੁੰਦਾ ਸੀ ਅਤੇ ਰਾਤ ਨੂੰ ਅੱਗ ਦਿਸਦੀ ਸੀ ਰਾਤ ਨੂੰ ਅੱਗ ਦਿਸਦੀ ਸੀ ਤੇ ਸਵੇਰ ਨੂੰ ਬੱਦਲ ਦਿਸਦਾ ਸੀ ਜਦ ਕਦੀ ਬੱਦਲ ਤੰਬੂ ਤੋਂ ਚੁੱਕਿਆ ਜਾਂਦਾ ਸੀ ਤੇ ਜਦੋਂ ਬੱਦਲ ਤੰਬੂ ਤੋਂ ਚੁੱਕਿਆ ਜਾਂਦਾ ਸੀ ਤਾਂ ਉਹ ਚੁੱਕਿਆ ਜਾਂਦਾ ਸੀ ਤਾਂ ਉਸਦੇ ਮਗਰੋਂ ਇਸਰਾਏਲੀ ਕੂਚ ਕਰਦੇ ਤੇ ਸਨ ਉਹਦੇ ਨਾਲ ਹੀ ਇਸਰਾਏਲੀ ਆਪਣੇ ਆਪਣੇ ਤੰਬੂ ਜਿਹੜੇ ਸੀ ਉਹ ਚੁੱਕ ਲੈਂਦੇ ਸੀਗੇ ਤੇ ਉਹ ਤੰਬੂ ਚੁੱਕ ਕੇ ਇਕੱਠੇ ਕਰਕੇ ਤੇ ਉਹ ਫਿਰ ਸਫ਼ਰ ਕਰਦੇ ਸੀ ਅਤੇ ਜਿਸ ਥਾਂ ਬੱਦਲ ਠਹਿਰਦਾ ਸੀ ਉੱਥੇ ਕਿ ਜਿੱਥੇ ਬੱਦਲ ਅੱਗੇ ਅੱਗੇ ਚੱਲਦਾ ਸੀਗਾ ਕਿਉਂਕਿ ਐਤ ਦਾ ਸੰਦੂਕ ਹੁੰਦਾ ਸੀ ਤੇ ਉਹਦੇ ਉੱਤੇ ਬੱਦਲ ਹੁੰਦਾ ਸੀ ਤੇ ਐਤ ਦੇ ਸੰਦੂਕ ਨੂੰ ਲੈ ਕੇ ਘੁੰਮਦੇ ਹੁੰਦੇ ਸੀ ਇਸਰਾਏਲੀ ਤੇ ਜਿੱਥੇ ਫਿਰ ਬੱਦਲ ਠਹਿਰ ਜਾਂਦਾ ਸੀ ਨਾ ਉੱਥੇ ਡੇਰੇ ਲਾਉਂਦੇ ਸੀ ਉਹ ਬੱਦਲ ਵੱਲ ਵੇਖ ਕੇ ਡੇਰੇ ਲਾਉਂਦੇ ਸੀ ਨਾ ਕਿ ਜ਼ਮੀਨ ਵੱਲ ਵੇਖ ਕੇ ਡੇਰੇ ਲਾਉਂਦੇ ਸੀ ਯਹੋਵਾ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਤੇ ਯਹੋਵਾ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾ ਦੇ ਹੁਕਮ ਨਾਲ ਡੇਰੇ ਤੇ ਲਾਉਂਦੇ ਯਹੋਵਾ ਦੇ ਹੁਕਮ ਦੇ ਨਾਲ ਹੀ ਉਹ ਡੇਰੇ ਲਾਉਂਦੇ ਸਨ ਜਿੰਨਾ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ ਉਹ ਆਪਣੇ ਡੇਰੇ ਵਿੱਚ ਤੇ ਰਹਿੰਦੇ ਸਨ। ਜਿੰਨਾ ਚਿਰ ਬੱਦਲ ਡੇਰੇ ਤੇ ਰਹਿੰਦਾ ਸੀ ਉਹਨਾਂ ਚਿਰ ਇਹ ਡੇਰੇ ਲੱਗੇ ਰਹਿੰਦੇ ਸਨ ਅਤੇ ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਦੀ ਠਹਿਰਾ ਰਹਿੰਦਾ ਸੀ ਤੇ ਕਦੀ ਕਦੀ ਬੱਦਲ ਜ਼ਿਆਦਾ ਦਿਨਾਂ ਤੱਕ ਠਹਿਰਦਾ ਸੀ ਤਾਂ ਇਸਰਾਏਲੀ ਯਹੋਵਾ ਦੇ ਹੁਕਮ ਨੂੰ ਤੇ ਮੰਨਦੇ ਯਹੋਵਾ ਦੇ ਹੁਕਮ ਨੂੰ ਮੰਨ ਕੇ ਤੇ ਉਹ ਡੇਰੇ ਆਪਣੇ ਆਪਣੇ ਡੇਰਿਆਂ ਦੇ ਵਿੱਚ ਰਹਿੰਦੇ ਸੀ ਕੁਝ ਨਹੀਂ ਕਰਦੇ ਸਨ ਅਤੇ ਕਦੀ ਕਦੀ ਬੱਦਲ ਥੋੜੇ ਦਿਨਾਂ ਤੇ ਥੋੜੇ ਕਦੀ ਕਦੀ ਬੱਦਲ ਥੋੜੇ ਦਿਨ ਡੇਰੇ ਉੱਤੇ ਰਹਿੰਦਾ ਸੀ ਠਹਿਰਦਾ ਸੀ ਡੇਰੇ ਉੱਤੇ ਰਹਿੰਦਾ ਸੀ ਕਦੀ ਕਦੀ ਤਾਂ ਯਹੋਵਾ ਤੇ ਯਹੋਵਾ ਦੇ ਦੇ ਹੁਕਮ ਅਨੁਸਾਰ ਹੁਕਮ ਦੇ ਅਨੁਸਾਰ ਇਸਰਾਏਲੀ ਆਪਣੇ ਆਪਣੇ ਤੰਬੂਆਂ ਨੂੰ ਲਾਉਂਦੇ ਸੀਗੇ ਤੇ ਤੰਬੂਆਂ ਦੇ ਵਿੱਚ ਰਹਿੰਦੇ ਸੀ ਅਤੇ ਕਦੀ ਕਦੀ ਬੱਦਲ ਸਾਂਝ ਤੋਂ ਸਵੇਰ ਦੀ ਤੇ ਕਦੀ ਕਦੀ ਬੱਦਲ ਸਵੇਰ ਤੋਂ ਸ਼ਾਮ ਤੱਕ ਕਿੰਨੀ ਹੈ ਤਾਂ 21 ਹੈ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ ਤੇ ਕਦੀ ਕਦੀ ਸ਼ਾਮ ਸਵੇਰ ਤੋਂ ਸ਼ਾਮ ਤੱਕ ਰਹਿੰਦਾ ਸੀ ਸਵੇਰ ਤੋਂ ਸ਼ਾਮ ਤੱਕ ਪਹਿਲਾਂ ਸਮਝ ਲਓ ਸਵੇਰ ਤੋਂ ਸ਼ਾਮ ਤੱਕ ਤੇ ਉਹ ਜਦੋਂ ਸਵੇਰ ਖਲੋ ਜਾਂਦਾ ਸੀ ਤੇ ਉਹ ਆਪਣੇ ਆਪਣੇ ਤੰਬੂ ਖੜੇ ਕਰ ਲੈਂਦੇ ਸੀ ਭਾਵੇਂ ਦਿਨ ਨੂੰ ਤੇ ਜਦੋਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰਹਿੰਦਾ ਸੀਗਾ ਤੇ ਸ਼ਾਮ ਨੂੰ ਬੱਦਲ ਉੱਠ ਜਾਂਦਾ ਸੀ ਤੇ ਉਹਨਾਂ ਨੂੰ ਸਾਰਿਆਂ ਇਸਰਾਏਲੀਆਂ ਨੂੰ ਆਪਣੇ ਆਪਣੇ ਤੰਬੂ ਕਲੋਜ਼ ਕਰਨੇ ਇਕੱਠੇ ਕਰਨੇ ਤੇ ਇਕੱਠੇ ਕਰਕੇ ਫੇਰ ਸਫ਼ਰ 'ਚ ਤੁਰ ਪੈਣਾ ਤੇ ਰਾਤ ਨੂੰ ਵੀ ਉਹ ਤੁਰਦੇ ਸੀ ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ ਤਾਂ ਕੂਚ ਕਰਦੇ ਸਨ ਬਸ ਤੇ ਹੁਣ ਅਸੀਂ ਇਹ 21 ਐਤ ਉਰਦੂ ਦੇ ਵਿੱਚ ਪੜਾਂਗੇ फिर कभी कभी वो अगर शाम से सुबह तक ही रहता तो जब वो सुबह को उठ जाता तब वो कूच करते थे। अगर वो रात दिन बराबर रहता तो तब वो उठ जाता तब ही वो कूच करते थे। ਸੁਣਿਆ ਤੁਸੀਂ ਇੱਕ ਤੁਸੀਂ ਸੱਚ ਸੱਚ ਬੋਲਣਾ ਤੇ ਇਕਰਾਰ ਹੈ ਅੱਜ ਤੁਹਾਡਾ ਕਿੰਨੇ ਚਾਹੁੰਦੇ ਹੋ ਕਿ ਰੱਬ ਮੇਰੇ ਵਰਗਾ ਹੋ ਜਾਏ ਉਹ ਹੱਥ ਖੜਾ ਕਰੋ ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ ਮੈਂ ਤੁਹਾਨੂੰ ਪੁੱਛਿਆ ਕਿ ਕਿੰਨੇ ਚਾਹੁੰਦੇ ਹੋ ਤੁਸੀਂ ਕਿ ਰੱਬ
साडे वर्गा हो जाए। एक बच्चा पढ़दा पहली क्लास में ते जिहड़ा उहदा टीचर आ उन्हें MA कीती है ते बच्चा चाहुंदा आ भी जिहड़ा टीचर जिन्हें MA कीती है ना वो मेरे वर्गा बन जाए। तो सुनिया तो करो फिर। हाँ मेरे पीछे पीछे बोलो सारे, मैं रब वर्गा बना या रब नूं अपने वर्गा बनावा। मैं रब वर्गा बना कि रब नूं अपने वर्गा बनावा। सोच के दसो। साडे मिस्टर तरसेम हिमाचल चों आउंदे ने ते मैनूं कहंदे सी दुआ करियो कि मैं अगे महीने बाद आना तो फिर मैं 15 दिन बाद आया करूँगा। इन्हां नूं मैं दुआ नहीं की। तुसीं पूछो क्यों? मैं इसलिए दुआ नहीं की कि इन्हां नूं महीने विच एक बार या 2 बार नहीं हर इतवार आना चाहिए है। फिर वो खुश हो गए ना, हाले आना उन्होंने है तो खुश तुसी हो गए हो। ये जिहड़ा चर्च आ जिहड़ा इसराइलियां नूं रब ने दिता बनाउण वास्ते तंबू उन्होंने इंग्लिश के विच टैबरनैकल कहते हैं। टैबरनैकल उर्दू दे विच उसनूं कहते हैं खैमा इज्तमा। खैमा खैमा नहीं कहना, खैमा इज्तमा। ये इब्रानी का शब्द है, इब्रानी का। ते इहदे विच खैमा इज्जत मां। इज्जत मां का मतलब रब दे नाल मिल जाना। काका तू सट कर दे कुड़ी। रब दे नाल मिल जाना, इज्जत मां। मिलाप वाला तंबू, खैमा इज्जत मां, टैबरनैकल प्रभु का डेरा। डेरा तो तां ही बोलांगे जे प्रभु भी उत्थे होवे, ते जे प्रभु उत्थे नहीं तो फिर वो खैमा इज्जत मां नहीं है। ये खैमा इज्जत मां, ਇਹਦੇ ਵਿੱਚ सोना लग्या, चांदी लगी, पित्तल लग्या। ਇਹਦੇ ਵਿੱਚ फिर सोना चांदी पित्तल ਅਤੇ लोहा भी लग्या ਅਤੇ ਇਹਦੇ ਵਿੱਚ लकड़ी लगी। वो लकड़ी किकड़ दी सी। ये सारिया चीज़ां ते सारे रंग उस तंबू के उत्ते 4 पर्दे सन। कितने पर्दे? 4 पर्दे। जदों असीं अंदर जावांगे तो उहदे उत्ते पहले पर्दा जिहड़ा सी उहदे उत्ते करूबी ने ते बहुत खूबसूरत पर्दा आ वो। तो इंज दिसदा जिवें आसमान है खूबसूरत। ओदे ओदे उपर एक होर पर्दा आ जिहड़ा बकरियां दे खल दा पर्दा, यानी बिल्कुल ब्लैक। ये ओदे उत्ते ओ पर्दा सी। ओदे उत्ते तीसरा पर्दा सी जिहड़े भेडां हुंदियां ने उन्हां दे जिहड़ा बलिदान हुंदा सी ते उन्हां दीयां खल्लां जिहड़ियां हुंदियां सी
ਉਹਨਾਂ ਦਾ ਗਲਾਫ ਬਣ ਜਾਂਦਾ ਸੀ ਤੇ ਉਹਦੇ ਉੱਤੇ ਉਹ ਸੀ। ਤੇ ਚੌਥਾ ਪਰਦਾ ਹੁੰਦਾ ਸੀ ਤਖੁਸ ਦੀ ਖਲ ਦਾ। ਤਖੁਸ ਇਹ 12 ਕਿਸਮਾਂ ਦੇ ਜਾਨਵਰ ਹੁੰਦੇ ਨੇ। ਤਖੁਸ ਮੈਨੂੰ ਇੱਕ ਆਦਮੀ ਨੇ ਕਿਹਾ ਕਿ ਮੈਂ ਤੁਹਾਨੂੰ ਜੋੜਾ ਲੈ ਕੇ ਦੇਣਾ ਤੇ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਤੁਸੀਂ ਦੱਸੋ। ਮੈਂ ਕਿਹਾ ਫਿਰ ਮੈਨੂੰ ਤਖੁਸ ਦੀ ਖਲ ਦਾ ਲੈਦਰ ਦਾ ਜੋੜਾ ਚਾਹੀਦਾ। ਕਹਿੰਦੇ ਇਹ ਤਾਂ ਗੱਲ ਹੀ ਕੋਈ ਨਹੀਂ। ਪਰ ਜਦੋਂ ਦਾ ਉਹਨੂੰ ਕਿਹਾ ਅਜੇ ਤੱਕ ਉਹ ਆਇਆ ਨਹੀਂ। ਇਹ ਜਿਹੜੀ ਖਲ ਆ, ਇਹਦਾ ਚਮੜਾ ਜਿਹੜਾ ਇਸਰਾਏਲੀਆਂ ਦੇ ਪੈਰਾਂ ਵਿੱਚ ਜਿਹੜੇ ਜੋੜੇ ਸੀ ਉਹ ਤਖੁਸ ਦੀ ਖਲ ਦੇ ਸੀ। ਤੇ 40 ਸਾਲ ਤੱਕ ਇਹਨਾਂ ਦੇ ਜੋੜੇ ਟੁੱਟੇ ਵੀ ਨਹੀਂ। ਹਰ ਇੱਕ ਲੈਦਰ ਨੂੰ ਪਾਲਿਸ਼ ਹੁੰਦੀ ਹੈ ਤੇ ਤਖੁਸ ਦੀ ਖਲ ਦੀ ਪਾਲਿਸ਼ ਨਹੀਂ ਹੁੰਦੀ। ਇਹ ਮੈਕਸੀਮਮ ਠੰਡੀ ਤੋਂ ਠੰਡੀ ਜਗ੍ਹਾ ਦੇ ਵਿੱਚ ਹੀ ਜਾਨਵਰ ਰਹਿੰਦੇ ਨੇ ਤੇ ਇਹ ਖਲ ਵੀ ਆਮ ਨਹੀਂ ਮਿਲਦੀ। ਇਹ ਗੁਲਾਫ ਜਿਹੜਾ ਸੀ ਉਹਦੇ ਉੱਪਰ ਉਹ ਤਖੁਸ ਦੀ ਖਲ ਦਾ ਗੁਲਾਫ ਸੀ। ਉਹਦੇ ਅਰਥ ਕੀ ਸਨ? ਉਹਦੇ ਅਰਥ ਇਹ ਸਨ ਜਿਹੜਾ ਰੱਬ ਦੀ ਪਨਾਹ ਵਿੱਚ ਰਹਿੰਦਾ ਉਹਦੇ ਉੱਤੇ ਰੱਬ ਸਾਇਆ ਕਰਕੇ ਰੱਖਦਾ ਤੇ ਜਿਹਦੇ ਉੱਤੇ ਰੱਬ ਦਾ ਸਾਇਆ ਹੋਵੇ ਉੱਥੇ ਕਿਸੇ ਚੀਜ਼ ਦੀ ਕਮੀ, ਕਿਸੇ ਤੂਫਾਨ ਦਾ ਵੀ ਅਸਰ ਨਹੀਂ ਹੁੰਦਾ। ਤੂਫਾਨ ਦਾ ਹਨੇਰੀਆਂ ਚੱਲਦੀਆਂ, ਤੂਫਾਨ ਚੱਲਦੇ ਤੇ ਬਾਰਿਸ਼ ਦਾ ਵੀ ਕੋਈ ਅਸਰ ਨਹੀਂ, ਕਿਸੇ ਚੀਜ਼ ਦਾ ਕੋਈ ਅਸਰ ਨਹੀਂ। ਪੈਰਾਂ ਦੇ ਵਿੱਚ ਜੇ ਜੋੜਾ ਹੋਵੇ ਤੇ ਉਸ ਪੈਰ ਨੂੰ ਠੋਕਰ ਨਹੀਂ ਲੱਗਦੀ, ਠੇਡਾ ਨਹੀਂ ਲੱਗਦਾ, ਉਹਨੂੰ ਚੋਟ ਨਹੀਂ ਲੱਗਦੀ, ਉਹਨੂੰ ਪਾਲਿਸ਼ ਦੀ ਜ਼ਰੂਰਤ ਨਹੀਂ। ਐਸਾ ਚਮੜਾ ਸੀ ਉਹਦੇ ਉੱਤੇ ਗੁਲਾਬ ਸੀ। ਜਿਹੜਾ ਥੱਲੇ ਵਾਲਾ ਸੀ ਲਾਲ ਰੰਗ ਦਾ ਤੇ ਥੱਲੇ ਕਾਲੇ ਰੰਗ ਦਾ, ਤੇ ਉਹਦਾ ਮਤਲਬ ਸੀ ਧੰਨ ਉਹ ਲੋਕ ਨੇ ਜਿਨ੍ਹਾਂ ਦੇ ਪਾਪ ਢੱਕੇ ਗਏ। ਪਾਪ ਢੱਕੇ ਗਏ। ਸੁਣਦੇ 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 ਹੋ? ਕਿਸੇ ਦਾ ਪਾਪ ਕਿਸੇ ਨੇ ਢੱਕ ਲਿਆ। ਸੁਣਦੇ ਹੋ? ਤੁਸੀਂ ਜਿਹੜਾ ਥੋੜਾ ਜਿਹਾ ਚੌਕਸ ਹੋ ਕੇ ਸੁਣੋ। ਕਿਸੇ ਨੇ, ਰਾਜੂ ਨੇ ਨਕਸਨ ਦਾ, ਨਕਸਨ ਤੇਰਾ ਨਾਮ? ਅੱਛਾ, ਸਮਸੂਨ ਦਾ ਪਾਪ ਢੱਕ ਲਿਆ। ਇਹਨੇ ਕਿਤੋਂ ਘੜੀ ਚੋਰੀ ਚੁੱਕ ਲਈ ਤੇ ਇਹਨੇ ਵੇਖ ਲਿਆ ਸੀ ਰਾਜੂ ਨੇ, ਤੇ ਇਹ ਪਾਪ ਇਹਨੇ ਢੱਕ ਲਿਆ, ਕਿਸੇ ਨੂੰ ਦੱਸਿਆ ਨਹੀਂ। ਤੇ ਇਹਦਾ ਪਾਪ ਕਿਹਨੇ ਢੱਕਿਆ? ਰਾਜੂ ਨੇ। ਸੁਣਦੇ ਹੋ? ਅੱਛਾ ਜੀ। ਤੇ ਹੁਣ ਮੈਂ ਪੁੱਛਾਂਗਾ, ਢੱਕਿਆ ਹੋਇਆ ਪਾਪ ਤੇ ਬਾਈ ਚਾਂਸ ਸਮਸੂਨ ਡਰੇਗਾ ਤੇ ਨਹੀਂ ਇਹਦੇ ਕੋਲੋਂ? ਉਹਦਾ ਗੁਲਾਮ ਤੇ ਨਹੀਂ ਰਹੂਗਾ। ਕਿਉਂ? ਉਹਨੇ ਪਾਪ ਢੱਕਿਆ ਨਾ। ਪੁਰਾਣੇ ਨੇਮ 'ਚ ਲਿਖਿਆ ਪਾਪ ਢੱਕਿਆ ਤੇ ਨਵੇਂ ਨੇਮ 'ਚ ਲਿਖਿਆ ਪਾਪ ਬਖਸ਼ਿਆ ਗਿਆ। ਤੇ ਫਿਰ ਜਦੋਂ ਅਸੀਂ ਸਟੱਡੀ ਕਰਦੇ ਹਾਂ ਯਿਸੂ ਮਸੀਹ ਦੇ ਵਸੀਲੇ ਜਿਹੜਾ ਪਾਪ ਬਖਸ਼ਿਆ ਗਿਆ, ਉਹ ਫਿਰ ਇਸ ਤਰ੍ਹਾਂ ਦੱਸਿਆ ਵੀ ਤੁਹਾਡੇ ਪਾਪ ਤੁਹਾਡੇ ਤੋਂ ਇੰਨੇ ਦੂਰ ਨੇ ਜਿਵੇਂ ਪੂਰਬ ਤੋਂ ਪੱਛਮ ਦੂਰ।
ਤੇ ਜੇ ਹੁਣ ਇਹਨੇ ਢੱਕਿਆ ਵਾ ਪਾਪ, ਇਹਨੇ ਕਹਿਣਾ ਵੇਖ ਲਾ ਬਈ ਮੈਨੂੰ 10 ਕਿਲੋ ਖੰਡ ਦੇ ਦੇ, ਤੇ ਜੇ ਨਾ ਦਿੱਤੀ ਤੇ ਵੇਖ ਲਾ ਫਿਰ ਉਹਨੂੰ ਦੇਣੀ ਪਏਗੀ ਕਿ ਨਹੀਂ? ਕਿਉਂ? ਸਾਰੀ ਜ਼ਿੰਦਗੀ ਪਾਪ ਦਾ ਗੁਲਾਮ ਵੱਖਰਾ ਤੇ ਜਿੰਨੇ ਢੱਕਿਆ ਉਹਦਾ ਵੱਖਰਾ। ਇਹ ਸੀ ਢੱਕਿਆ ਗਿਆ ਲਾਲ ਰੰਗੀਆਂ ਖੱਲਾਂ ਦੇ ਨਾਲ, ਕਾਲੇ ਪਾਪ। ਪਾਪ ਚਿੱਟੇ ਨਹੀਂ ਹੁੰਦੇ, ਪਾਪ ਹਮੇਸ਼ਾ ਕਾਲੇ ਹੁੰਦੇ ਨੇ। ਬੰਦਾ ਅੰਗਰੇਜ਼ ਵੀ ਹੋਵੇ, ਸਾਡੇ ਜਿਹੜੇ ਕਪੂਰਥਲੇ ਦੇ ਰਾਣਾ ਜੀ ਨੇ, ਮੰਤਰੀ ਵੀ ਨੇ ਸ਼ਾਇਦ, ਤੇ ਉਹ MLA ਵੀ ਨੇ, ਤੇ ਉਹਨਾਂ ਨੇ ਮੈਂ ਕਿਹਾ ਉਹਦਾ ਰੰਗ ਬਹੁਤ ਹੀ ਗੋਰਾ, ਬਿਲਕੁਲ ਅੰਗਰੇਜ਼ਾਂ ਵਰਗਾ। ਤੇ ਮੈਂ ਕਿਹਾ ਸਾਹਿਬ ਜੀ ਤੁਹਾਡੇ ਹੱਥ 'ਚ ਪੈਸਾ ਹੋਵੇ ਤੇ ਕਹਿੰਦੇ ਨੇ ਕਾਲਾ ਧਨ, ਤੇ ਜਿਹਨੇ 10 ਨਵਾਂ ਦੀ ਕਮਾਈ ਕੀਤੀ ਹੋਵੇ ਉਹਦਾ ਨਾਂ ਆ ਚਿੱਟਾ ਧਨ ਜਾਂ ਵਾਈਟ ਮਨੀ, ਤੇ ਤੁਹਾਡੇ ਨਾਂ ਦਾ ਤੇਰੇ ਹੱਥ 'ਚ ਹੋਣਾ ਚਾਹੀਦਾ ਇੱਕ ਵਾਰੀ। ਰੰਗ ਤੇਰਾ ਬਹੁਤਾ ਸੋਹਣਾ ਆ ਪਰ ਧਨ ਤੇਰਾ ਕਾਲਾ। ਉਹਦੇ ਸਮਝ ਹੀ ਗਏ, ਇੰਨੀ ਜ਼ਰੂਰਤ ਨਹੀਂ ਸਮਝਾਉਣ ਦੀ। ਹੁਣ ਜਿਹੜੀ ਅਸੀਂ ਗੱਲ ਸਿੱਖ ਰਹੇ ਆ, ਇਹ ਹੈ ਪੁਰਾਣੇ ਨੇਮ ਦਾ ਚਰਚ, ਜਿਹਦਾ ਨਾਮ ਹੈ ਰਸੂਲਾਂ ਦੇ ਕਰਤੱਵ, ਬਾਬ 7 ਐਤ 48 ਜਾਂ 38। ਤਾਂ ਉਹਦੇ ਵਿੱਚ ਇੰਝ ਲਿਖਿਆ, ਚਰਚ ਆਫ ਵਿਲਡਰਨੈਸ ਜਾਂ ਜੰਗਲ ਦੀ ਕਲੀਸਿਆ, ਜਾਂ ਅਸੀਂ ਜੰਗਲ ਦੀ ਕਲੀਸਿਆ ਕਵਾਂਗੇ, ਜਾਂ ਫਿਰ ਅਸੀਂ ਛੋਟੇ ਸ਼ਬਦਾਂ ਵਿੱਚ ਸੰਗਾਂਗੇ ਸਤ ਸੰਗ। ਬੋਲੋ ਸਤ। ਤੇ ਸਤ ਵਿੱਚ ਹੋਵੇ ਹੀ ਨਾ ਤੇ ਮੇਰਾ ਹੀ ਸੰਗ ਹੋਵੇ, ਉਹਨੂੰ ਸਤ ਸੰਗੀ ਨਹੀਂ ਕਹਿੰਦੇ, ਸੰਗ ਕਹਿੰਦੇ ਨੇ। ਸੰਗ ਚੋਰਾਂ ਦਾ ਵੀ ਹੋ ਸਕਦਾ, ਸੰਗ ਠੱਗਾਂ ਦਾ ਵੀ ਹੋ ਸਕਦਾ, ਸੰਗ ਬਾਈਬਲ 'ਚ ਲਿਖਿਆ ਦਾ ਕੋਲੀਆਂ ਦਾ ਵੀ ਹੁੰਦਾ ਹੈ ਸੰਗ। ਪਿੰਡ ਵਿੱਚ ਸਤਸੰਗ ਹੋਵੇ ਤੇ ਬੜੇ ਲੋਕੀ ਘੱਟ ਪੈਂਦੇ ਨੇ, ਤੇ ਜੇ ਬੁਰਾ ਸ਼ਬਦ ਲੈ ਲਓ ਤੁਸੀਂ ਤੇ ਡੀਜੇ ਵੱਜਦੇ ਹੋਣ ਤੇ ਨੱਚਣ ਭੁੜਕਣ ਹੋਵੇ ਤੇ ਕੁੜੀਆਂ ਨੱਚਦੀਆਂ ਹੋਣ ਤੇ ਮੁੰਡੇ ਲੜਕੇ ਵੇਂਦੇ ਹੋਣ, ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਚਾਰਜ ਹੀ ਜ਼ਿਆਦਾ ਹੁੰਦੇ। ਸ਼ਾਇਦ ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਪਰ ਜੇ ਤੁਹਾਡੀਆਂ ਧੀਆਂ ਆਪਣੀਆਂ ਨੇ, ਆਪਣੀਆਂ, ਤੇ ਫਿਰ ਤੇ ਧੀਆਂ ਵਾਸਤੇ ਨਮੂਨਾ ਆਪੇ ਹੀ ਬਣ ਜਾਓ। ਤੇ ਜੇ ਤੁਹਾਡੇ ਪੁੱਤਰ ਆਪਣੇ ਨੇ, ਆਪਣੇ, ਤੇ ਉਹਨਾਂ ਵਾਸਤੇ ਵੀ ਨਮੂਨਾ ਬਣ ਜਾਓ। ਅੱਜ ਇੱਕ ਏਡੀ ਕੁ ਲੜਕੀ, ਉਹਦਾ ਹੱਥਾਂ ਵਿੱਚ 9 ਪਾਲਸ਼ ਲਾਈ ਲੱਗੀ। ਮੈਂ ਕਿਹਾ ਬੇਟਾ ਇਹ ਤੂੰ ਕਿਉਂ ਲਾਈ ਆ? ਕਹਿੰਦੀ ਇਹਨੇ ਲਾਈ ਹੋ, ਇਹਨੇ। ਮਾਂ ਵੀ ਨਹੀਂ ਸੀ ਕਹਿੰਦੀ, ਮਾਂ ਵੀ ਨਹੀਂ ਸੀ ਕਹਿੰਦੀ। ਮਾਂ ਵੀ ਚੱਜਦੀ ਹੋਵੇ ਤੇ ਉਹਨੂੰ ਲੋਕੀ ਬੱਚੇ ਮਾਂ ਕਹਿੰਦੇ, ਤੇ ਮਾਂ ਕਹਿੰਦੇ ਹੀ ਨਹੀਂ ਉਹ, ਤੇ ਕਹਿੰਦੀ ਇਹਨੇ ਲਾਈ। ਤੂੰ ਹੱਥ ਪਿਸ਼ਾਬ ਕਰੀਏ, ਕਹਿੰਦੀ ਬੁਖਾਰ ਬੁਖਾਰ। ਜਿਹੜੀ ਆਪਣੀ ਨਿੱਕੀ ਜਿਹੀ ਧੀ ਦੇ ਸਾਹਮਣੇ ਨਹੀਂ ਸ਼ਰਮਿੰਦਾ ਹੋ ਜਾਵੇ। ਦੇਖ ਲਓ, ਬੋਲੋ ਬੁਰੀ ਸੰਗਤ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ। ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਨਕੰਮੇ ਨੇ,
ਆਪਣੇ ਬੱਚਿਆਂ ਨੂੰ ਉਹਨਾਂ ਦੀ ਸੰਗਤ ਨਾ ਕਰਨ ਦਿਓ। ਜਿਹੜੀਆਂ ਲੜਕੀਆਂ ਪੜ੍ਹਾਈ ਵਿੱਚ ਨੰਬਰ ਘੱਟ ਲੈਂਦੀਆਂ ਨੇ ਉਹਨਾਂ ਦੇ ਨਾਲ ਆਪਣੀਆਂ ਬੇਟੀਆਂ ਨੂੰ ਪੜ੍ਹਨ ਨਹੀਂ ਜਾਣ ਦੇਣਾ। ਬਸ ਇਹਨਾਂ ਕੀ ਪਰਹੇਜ਼ ਕਰ ਲਓ ਫਿਲਹਾਲ, ਤੇ ਬਾਕੀ ਫਿਰ ਬਾਅਦ ਵਿੱਚ। ਫਿਰ ਤੁਹਾਡੇ ਬੱਚੇ ਤੁਹਾਡੇ ਸਿਰ ਦਾ ਤਾਜ ਬਣਨਗੇ। ਤੇ ਜੇ ਨਹੀਂ ਨਾ ਰੋਕਿਆ, ਤੁਸੀਂ ਨਹੀਂ ਸਮਝਾਇਆ ਤੇ ਨਹੀਂ ਸਮਝੇ, ਤੇ ਇਹੋ ਹੀ ਬੱਚੇ ਤੁਹਾਡੇ ਮੱਥੇ ਤੇ ਤਾਜ ਦੀ ਬਜਾਏ ਕਲੰਕ ਬਣ ਜਾਣਗੇ। ਕਲੰਕ। ਇੱਕ ਵਾਰੀ ਹੱਥ ਖੜਾ ਕਰਕੇ ਮੈਨੂੰ ਖੁਸ਼ ਕਰ ਲਓ। ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਅੱਜ ਤੋਂ ਇਸ ਤਰ੍ਹਾਂ ਰੋਕਾ ਰਕਾਈ ਕਰੋਗੇ? ਠੀਕ ਹੈ, ਇਹਦੇ ਵਕਤ ਹੀ ਦੱਸੇਗਾ, ਇਹ ਵਕਤ ਦੱਸੇਗਾ। ਤੁਹਾਡੇ ਬੱਚੇ ਐਮਏ, ਤੁਹਾਡੀ ਲੜਕੀ ਇੰਨੀ ਪੜ੍ਹ ਸਕਦੀ ਸੀ ਜਿਹੜਾ ਹਰ ਰੋਜ਼ ਦਾ 15-16 ਲੱਖ ਰੁਪਇਆ ਕਮਾ ਸਕਦੀ ਸੀ। ਤੁਹਾਡਾ ਬੱਚਾ ਇੰਨਾ ਪੜ੍ਹ ਸਕਦਾ ਸੀ। ਤੇਰਾ ਬੱਚਾ 1 ਕਰੋੜ ਰੁਪਇਆ ਵੀ ਮਹੀਨੇ ਦੀ ਤਨਖਾਹ ਕਮਾ ਸਕਦਾ ਸੀ। ਉਹਨੇ ਪੈਨ ਨੂੰ ਛੱਡ ਦਿੱਤਾ ਤੇ ਤਾਸ਼ ਹੱਥ 'ਚ ਫੜ ਲਈ ਤੇ ਗੰਦੇ ਮੰਦੇ ਮੋਬਾਈਲ ਹੱਥ 'ਚ ਫੜ ਲਏ। ਬਸ। ਨਹੀਂ ਤਾਂ ਤੇਰਾ ਬੱਚਾ 1 ਕਰੋੜ ਰੁਪਇਆ ਰੋਜ਼ ਦਾ ਕਮਾ ਸਕਦਾ ਸੀ। ਇਹ ਹੈ बुरी संगत। बोलो बुरी संगत। फिर बोलो बुरी संगत। फिर बोलो बुरी संगत। हाँ, एक मैं जरूर परहेज दसना है। बोलो, जिहदे कोल छोटा बच्चा आ गोदी विच, बोलो उच्ची बोलो, बाई चांस तुहाडा बच्चा किसी बीबी दे हत्थ विच आवे ਤੇ ਉਹ ਬੱਚੇ ਨੂੰ ਪਿਆਰ ਦੇ ਨਾਲ ਕਿਸ ਕਰੇ ਤੇ ਉਹ ਫਿਰ ਲਿਪਸਟਿਕ ਉਹਨੇ ਲਾਈ ਹੋਵੇ ਤੇ ਉਹਨੂੰ ਕਹਿਣਾ, ਬੀਬੀ ਜੀ ਮਿਹਰਬਾਨੀ ਕਰਕੇ ਮੇਰੇ ਬੱਚੇ ਨੂੰ ਕਿਸ ਨਹੀਂ ਕਰਨੀ, ਕਿਉਂਕਿ ਇਹ ਜਿਹੜਾ ਬੱਚਾ ਨਾ, ਇਹ ਬੱਚਾ ਰੱਬ ਨੇ ਦਿੱਤਾ ਆ ਤੇ ਬੱਚੇ ਨੂੰ ਜੇ ਕਿਸ ਹੋ ਗਈ ਨਾ ਲਿਪਸਟਿਕ ਦੀ ਤੇ ਇਹ ਬੱਚੇ ਨੂੰ ਨਾ ਬਿਮਾਰੀ ਲੱਗ ਸਕਦੀ ਹੈ ਤੇ ਮੈਂ ਨਹੀਂ ਚਾਹੁੰਦੀ ਮੇਰੇ ਬੱਚੇ ਨੂੰ ਰੋਗ ਲੱਗ ਜਾਏ। ਇਹ ਪਾਪ ਢੱਕੇ ਨੇ ਤੇ ਜਦੋਂ ਅਸੀਂ ਅੰਦਰ ਆਉਂਦੇ ਆ ਤੇ ਫਿਰ ਸਾਨੂੰ ਰੱਬ ਦਾ ਜਲਾਲ ਦਿਖਾਈ ਦਿੰਦਾ ਹੈ। ਹੁਣ ਅਸੀਂ ਅੱਗੇ ਚੱਲਦੇ ਆ ਕਿ ਇਹ ਜਿਹੜਾ ਬੱਦਲ ਉੱਤੇ ਸੀ, ਬੋਲੋ ਲਗਭਗ 40 ਲੱਖ ਲੋਕ, ਹਰ ਇੱਕ ਦੀ ਜ਼ੁਬਾਨ ਖੁੱਲਣੀ ਚਾਹੀਦੀ ਹੈ ਤੇ ਸਾਰੇ ਬੋਲੋ 40 ਲੱਖ ਲੋਕ ਵਿੱਚੇ ਇਸਰਾਏਲੀ ਸਨ ਤੇ ਵਿੱਚੇ ਮਿਲੀ ਜੁਲੀ ਭੀੜ ਸੀ। ਕੁੱਲ ਮਿਲਾ ਕੇ 40 ਲੱਖ ਲੋਕ ਸਨ। ਇਹ ਕਿੰਨੇ ਜਗ੍ਹਾ ਵਿੱਚ ਹੋ ਸਕਦੇ ਨੇ, ਤੁਸੀਂ ਆਪਣੀ ਖੁਦ ਅੰਦਾਜ਼ਾ ਲਗਾ ਸਕਦੇ। दूसरा, इको ही जलाल सी उत्ते ते 40 ਲੱਖ लोकां उत्ते धुप नहीं सी लगदी ते उन्हां उत्ते छां रहिंदी सी। दिन सूरज न तैनूं सतावे
धुप ही नहीं, धुप ते असीं साडी छत ने चुकी है ना, ते सानू धुप लगदी नहीं, सानू सता काहदा है। उस तो बाद रात नूं अग बन जाती, उच्ची बोलो, सारे बोलो, जोर ना बोलो। ते 40 लाख डेरा होवे ते ओदे विच लाइट चाहिदी है, रोशनी, ते ओ रोशनी इक्को ही सी उत्ते तंबू दे, ते जिहड़े तंबू दे साए वाल रहिंदे सी ते तंबू वाल साए दे वास्ते उत्ते वाल ध्यान रखदे सी। हर एक दे घर दे विच रोशनी रहिंदी सी, निरी रोशनी नहीं सी रहिंदी। सर्दी भी नहीं सी लगदी, हीट भी दिंदी सी वो रोशनी। जदों वो चलदे सी ते हर एक दा ध्यान रहिंदा सी उस जलाल वल जिहड़ा छां करके रखदा सी, उस रोशनी वाल जिहड़ी हीट भी देंदी सी ते रोशन भी करके रखदी सी। फिर वो जिहड़ा जलाल सी, हर इंसान का ध्यान उस जलाल वाल रहिंदा सी। ते ध्यान रखियो, जदों जलाल उठेगा ना ते असी डेरा पुटना है, अपना तंबू पुटना है, ते लेट नहीं होना। बोलो 40 साल तक तंबू लगान दा तरीका इको ही सी। की लान दा तरीका। फिर उस जिहड़ा तंबू हुंदा सी मलाप वाला, ओदे हिसाब नाल डेरे लाउंदे सी अपने, ते ओदे विच 4 झंडे सन। किन्ने? जोर ना बोलो, फिर बोलो। ये जिहड़े 4 झंडे सन ते इन्हां नूं लगाया होया सी, ते एक झंडे दे थल्ले, बोलो, फिर बोलो, फिर बोलो। आ बीबियां बोलदियां नहीं, बेटा कोई नाराजगी तो नहीं हुई घर च, इत्थे कोई भी नहीं नाराज। बोलो, लफ्ज बोलो। एक झंडे दे चुफेरे 3 कबीले हुंदे सी, ते इस वास्ते वो 4 झंडियां दे थल्ले, साए थल्ले वो रहिंदे सन, ते अपने अपने झंडे दे लागे लागे डेरा लाउंदे सी। झंडे दे लागे लागे डेरा लाउंदे सी, ते तरीका इको ही सी लाउण दा। इस तो बाद जो आण के बदल फैल जाता सी, ते वो थल्ले नहीं सी वेखदे, जिन्हां ने आर्मी च कीती होवेगी ना नौकरी। बोलो, आर्मी बाइबल तो बनी है। ਇਹਦਾ ਪੰਜਾਂ ਉੱਤੇ ਜਿਹੜਾ ਹੋਵੇਗਾ, ਜਿਹੜਾ 5 ਬੰਦਿਆਂ ਦਾ ਹੋਵੇਗਾ ਇੰਚਾਰਜ, ਉਹਨੂੰ ਕੀ ਕਹਿੰਦੇ ਨੇ? ਉਹਨੂੰ ਇੱਕ ਟੀਟੀ ਲੱਗਦੀ ਆ, ਇੱਕ ਉਹਨੂੰ ਨੈਕ ਕਹਿੰਦੇ ਨੇ, ਤੇ ਲੈਸ ਨੈਕ। ਇਸੇ ਤਰ੍ਹਾਂ ਜਿਹੜਾ ਆਖਰੀ ਦਰਜਾ ਹੁੰਦਾ, ਜਿਹੜਾ ਚੀਫ ਆਫ ਆਰਮੀ ਦਾ ਹੁੰਦਾ ਆ,
ਤੇ ਉਹਦਾ ਫਿਰ ਦਰਜੇ 9 ਦਰਜੇ ਆਰਡੀਨਰੀ ਹੁੰਦੇ ਨੇ ਤੇ 9 ਦਰਜੇ ਰੀਜਨਲ ਹੁੰਦੇ ਨੇ। ਇਹ ਆਰਮੀ ਦੇ ਵਿੱਚ ਨੇ। ਤੇ ਇਸੇ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਨਿਯਮਤਾਂ 9 ਹੁੰਦੀਆਂ ਨੇ। ਕਿੰਨੀਆਂ? 9। ਤੋ ਇਹਦਾ ਅਰਥ ਆ ਬਾਈਬਲ ਤੋਂ ਹੀ ਆਰਮੀ ਬਣੀ ਆ। ਦੁਨੀਆ ਵਿੱਚ ਇੱਕ ਵੀ ਕਿਤਾਬ ਨਹੀਂ ਜਿਹਦੇ ਤੋਂ ਆਰਮੀ ਬਣੀ ਹੋਵੇ। ਆਰਮੀ ਬਾਈਬਲ ਤੋਂ ਬਣੀ। ਤਾਂ ਹੀ ਖੁਦਾ ਨੇ ਕਿਹਾ ਸੈਨਾ ਦਾ ਯਹੋਵਾ ਹੁੰਦਾ ਹੈ। ਸੈਨਿਕ ਵਰਗਾ ਧਰਮੀ ਹੋਣਾ ਚਾਹੀਦਾ। ਇੱਕ ਸਕੀਮ ਸੀ ਚੱਲ ਰਹੀ ਤੇ ਮੈਂ ਸ਼ਿਕਾਰ ਸੀ ਉਦੋਂ, ਡੇਰੇ ਤੋਂ ਜਾ ਰਿਹਾ ਸੀ ਬਟਾਲਾ, ਤੇ ਉੱਥੇ ਇੱਕ ਦੋ ਆਦਮੀ ਸੀਗੇ, 2 ਆਦਮੀ ਮੈਂ ਵੇਖੇ ਤੇ ਉਹਨਾਂ ਦੇ ਕੱਪੜੇ ਗੰਦੇ ਹੋਏ ਸੀ, ਚਿੱਕੜ ਨਾਲ ਲਿਬੜੇ ਸੀ। ਤੇ ਮੈਂ ਕਿਹਾ ਭਾਜੀ ਤੁਸੀਂ ਕੱਪੜੇ ਕਿਉਂ ਲਵੇੜੇ ਨੇ? ਕਹਿੰਦੇ ਨੇ ਹੁਕਮ ਆ ਗਿਆ ਸੀ ਨਾ ਸਾਹਿਬ ਦਾ। ਜਦੋਂ ਕੀ ਬੋਲਦੇ ਲਫ਼ਜ਼ ਵੀ ਜਦੋਂ ਪੋਜੀਸ਼ਨ ਲੈ ਲਓ, ਲੇਟ ਕਰ ਪੋਜੀਸ਼ਨ, ਲੇਟ ਕਰ ਪੋਜੀਸ਼ਨ, ਤੇ ਥੱਲੇ ਵੇਖ ਕੇ ਡਿੱਗਦੇ ਆ ਨਾ। ਨਹੀਂ ਜੀ, ਨਹੀਂ ਥੱਲੇ ਵੇਖ ਕੇ ਨਹੀਂ ਡਿੱਗਦੇ। ਜੇ ਕੱਪੜੇ ਧੋ ਕੇ ਪਾਈ ਹੋਣ ਤੇ ਫੇਰ ਵਰਦੀ ਉਦੋਂ ਹੀ ਪ੍ਰੈਸ ਕਰਕੇ ਪਾਈ ਹੋਵੇ। ਜਿਹੜਾ ਥੱਲੇ ਵੇਖ ਕੇ ਡਿੱਗੇਗਾ ਨਾ ਉਹਨੂੰ ਕੱਟ ਦਿੰਦੇ ਨੇ। ਫੇਲ ਥੱਲੇ ਕੰਡੇ ਹੋਣ, ਥੱਲੇ ਚਿੱਕੜ ਹੋਵੇ, ਥੱਲੇ ਕੁਝ ਵੀ ਹੋਵੇ, ਤੁਸੀਂ ਪੋਜੀਸ਼ਨ ਲੈ ਲੈਣੀ ਹੈ। ਤਾਂ ਜਿਹੜਾ ਜ਼ਮੀਨ ਵੱਲ ਵੇਖ ਕੇ ਚੱਲੇ ਉਹ ਸੈਨਿਕ ਨਹੀਂ ਹੁੰਦਾ। ਹੁਕਮ ਦੇ ਵਿੱਚ ਰਹਿ ਕੇ ਚੱਲੇ ਉਹਨੂੰ ਸੈਨਿਕ ਕਹਿੰਦੇ। ਜੈ ਜਵਾਨ, ਜੈ ਕਿਸਾਨ, ਤੇ ਫਿਰ ਬੋਲੋ ਜੈ ਜਵਾਨ, ਜੈ ਕਿਸਾਨ, ਜੈ ਜਵਾਨ, ਜੈ ਕਿਸਾਨ। ਇੱਕ ਨੇ ਆਪਣਾ ਟਰੈਕਟਰ 1 ਲੱਖ ਰੁਪਏ ਦਾ ਬਣਾਇਆ ਤੇ ਰਿਮੋਟ ਦੇ ਨਾਲ ਚੱਲਦਾ। ਸੁਣਦੇ ਕਾਹਦੇ ਨਾਲ? ਤੇ ਉੱਤੇ ਕੋਈ ਵੀ ਨਹੀਂ ਬੈਠਾ ਹੁੰਦਾ ਜੇ ਟਰੈਕਟਰ ਚੱਲੀ ਜਾਂਦਾ। ਤਾਂ ਇਹਦਾ ਅਰਥ ਇਹ ਹੈ ਤੇ ਕਿਸਾਨ ਦਾ ਮਤਲਬ ਇਹ ਨਹੀਂ ਵੀ ਅਨਪੜ੍ਹ। ਕਿਸਾਨ ਹੀ ਤੇ ਹੁੰਦਾ ਨਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ। ਇਹ ਹੁਣ ਤੁਸੀਂ ਸਮਝਣਾ ਆ ਖੁਦ। ਤਾਂ ਆ ਜੈ ਜਵਾਨ, ਬੋਲੋ ਤਾਂ ਆ ਜੈ ਕਿਸਾਨ। ਜੇ ਸੰਵਿਧਾਨ ਹੋਵੇ ਤੇ, ਜੇ ਸੰਵਿਧਾਨ ਹੀ ਨਹੀਂ ਹੈ ਤੇ ਫਿਰ ਜੈ ਜਵਾਨ ਵੀ ਨਹੀਂ ਹੈ ਤੇ ਜੈ ਕਿਸਾਨ ਵੀ ਨਹੀਂ ਹੈ। ਤਾਂ ਜਿੱਥੇ ਸੰਵਿਧਾਨ ਹੋਵੇਗਾ ਉੱਥੇ ਜਵਾਨ ਦੀ ਵੀ ਜੈ ਹੋਵੇਗੀ ਤੇ ਕਿਸਾਨ ਦੀ ਵੀ ਜੈ ਹੋਵੇਗੀ। ਕਾਨੂੰਨ ਕਾਇਦੇ ਨੇ ਤੇ ਬੰਦਗੀ। ਕਾਨੂੰਨ ਦੇ ਵਕਤ ਨਾਲ ਕਰੋ ਤੇ ਨਮਾਜ਼, ਬੇਵਕਤ ਕਰੋ ਤੇ ਕਜ਼ਾ, ਵਕਤ ਨਾਲ ਕਰੋ ਤੇ ਇਬਾਦਤ, ਬੇਵਕਤ ਕਰੋ ਤੇ ਗੁਨਾਹ। ਵਕਤ ਵਿੱਚ ਰਹੋ ਤੇ ਇਬਾਦਤ, ਬੇਵਕਤ ਕਰੋ, ਚਲੋ, ਰਹੋ ਤੇ ਗੁਨਾਹ ਹੈ। ਬਾਈਬਲ ਦੇ ਕਾਨੂੰਨ ਕਾਇਦੇ ਆਮ ਲੋਕਾਂ ਨੂੰ ਗਿਆਨ ਨਹੀਂ ਕਿ ਇਹਦੇ ਕਾਨੂੰਨ ਕਾਇਦੇ ਕੀ ਹੁੰਦੇ ਨੇ। ਤਾਂ ਲਿਖਿਆ ਦਾ ਬੇਟੇ ਤੇ ਬੇਟੀਆਂ ਉਹੀ ਨੇ ਜਿਹੜੇ ਰੂਹ ਦੀ ਹਦਾਇਤ ਨਾਲ ਚੱਲਦੇ। ਰੂਹ ਦੀ ਹਦਾਇਤ ਨਾਲ ਚੱਲਦੇ ਹਨ। ਉਹਦੇ ਬੇਟੇ ਵੀ ਤੇ ਬੇਟੀਆਂ ਵੀ ਉਹੀ ਹਨ। ਤੇ ਜੇ ਕਰਨੀ ਹੈ ਭਗਤੀ ਤੇ ਜੇ ਜਾਣਾ ਸਵਰਗ ਨੂੰ ਤੇ ਇਹ ਇੱਥੇ ਤੇ ਉਹ ਤੰਬੂ ਬਣਿਆ ਜਿਹੜਾ ਉਤਲੇ ਤੰਬੂ ਦਾ ਨਮੂਨਾ ਆ।
ਤੇ ਇੱਥੇ ਵਾਲੇ ने तंबू ने महिला मनारियां ने जमीन ते आसमाना ने रहना नहीं। असी उत्थे वसना ते उत्थे जाना वा जिन्ने कदी डिकना नहीं, सदा रहना है, सदा। हुण तुसीं आप ही देखो, जिथे सी एक गज़ल गाउंदे ना, जिथे तेरा कलाम, उत्थे ते दरिया कुलज़म भी दो हिस्से हो जाता। जिथे तेरा कलाम उत्थे यरू दी दीवार भी टुट जाती है। जिथे तेरा कलाम होवे उत्थे ते फिर बाग की बहारां की जलाल ही जलाल हो जाता है। ये हुण असीं ये देखना है, जो रूह कवे, बोलो मेरे जिस्म के खिलाफ, मेरे जिस्म के विरोध, मेरा जिस्म मेरा ही विरोधी है, मेरा जिस्म मेरा ही दुश्मन, ते इस दुश्मन तो बचना यसु मसीह ने कहा, जिन्ना चिर मैं एक बपतिस्मा नहीं लै लैंदा, लूका 12 बाब च लिखिया, जिन्ना चिर मैं वो बपतिस्मा नहीं लै लैंदा मैं बहुत औखा हाँ। क्योंकि बदन का जिन्ना चिर राज रहिंदा है उन्ना चिर असी बहुत औखे हुंदे हैं। जदों बदन लथ जाएगा तो फिर असी जलाल बन जाना। की बन जाना? तो जिन्ना चिर इहदे विच उन्ना चिर दुखी। पर 5 गल्लां याद रखनियां, सारे ध्यान नाल सुनना। जदों असी रब दे हुक्म दे विच रहिंदे हैं, उदों जिस्म जिहड़ा साडा विरोधता जरूर करेगा, कामयाब नहीं होवेगा। कामयाब तू ही होवगे ने रूह की हिदायत ना चलते। बोलो दुख दा सुख दा असर नहीं हुंदा जिहड़े धर्मी हुंदे ने। दुख दा सुख दा कोई असर नहीं, गरीबी दा अमीरी दा कोई असर नहीं। गरीब होवे बिल्कुल फिर भी बेफिक्र हुंदे ने, लापरवाह हुंदे ने। जिस तरह प्लेट नहीं सी विखा रहे बिट्टू, इस तरह की प्लेट में कितने सोहने सोहने खाने पका के रखे। जोड़ा हैगा सी ना धर्मी, वो सी नकली धर्मी। उन्हें खाने अगे पका के रखे, वो लग पिया दुआ कर चकली ते भी बरकत होवे, तू दिती खाण वास्ते, खाने सोहने सोहने दिते ते दुआ थोड़ी लंबी की। तो बंदे एक ने कहा सी जो आमीन करेगा ना तो गाड़ियों खाने वाली प्लेट चुक तो एहो जी खाली प्लेट गाड़ी रख दी। फिर मूँह दे विच रहा, आमीन भी नहीं निकले। तानू रज रज के लोकी शदाई बनाउंदे है। बोलो हनेरे दा असर नहीं हुंदा धर्मी उत्ते, क्योंकि खुद तलीम दी रोशनी विच रहिंदा है। कादे विच रहिंदा? तलीम नहीं बोलना, तालीम। हाँ, तालीम दे विच रहिंदा है, वो रोशनी विच रहिंदा है। वो हमेशा रोशनी विच रहिंदा। बस इसराइल 40 साल तक चलते गए, उन्हें हनेरा नहीं देखा।
क्योंकि रात नूं ओदी लाइट सी ते दिन नूं सूरज दी, ते हनेरा हुंदा ही नहीं। हनेरी पै गया, हनेरी पै गया। एक आदमी ब्लाइंड सी, अन्ना सी, उन्हें यसू मसीह नूं कबूल कर लिया सी ते उहदियां अखां खुल गईयां, देखण लग पिया। दुआ कीती, ये नज़र बंद कर ला। आवाज आई, क्यों? कहना बड़े बड़े रंगां दे दिसदे ने ते मैं ते इक्को ही रंग देखना चाहना। जलेबियां पईयां होण, गरम गरम पकौड़े होण, किहदे मूँह विच पानी नहीं आउंदा। ते जिन्हों दिसना ही नहीं है तो उहदे मूँह च पानी कित्थों आउणा। तुहाडे बेटे कोल बड़ी माड़ी जी गड्डी है ते ओह जिहड़ा दूसरा ना गवांढियां दा बेटा, उहदे कोल नवीं गड्डी ते बड़ी वधिया ते बड़ी वड्डी कीमती गड्डी तैनूं दिसदी आ ते तैनूं चंगा नहीं लगन दिया, ते जे ना दिखदी ते तैनूं चंगा ही लगना। ओह कहंदा रब्बा मैं इहो जी दुनिया नूं नहीं वेखना चाहता। तो कहना फिर तू की वेखना चाहुंदा? कहना बस अख बंद होवे ते भावें खुली होवे, तेरे तो इलावा कुछ नहीं दसना चाहिए। हालेलुया। तो तुसीं कह दिता। फिर इहनूं समझो, फिर इहनूं समझो। मूसा दी जिहड़ी गज़ल लिखी ना, उहदे गज़ल दा नाम है मूसा की तरसती हुई आंखें। ते उहदा आखिरी जिहड़ा शेर है वो है, खुदा कहता भी तू की चाहना? उसने कहा, आए खुदा हो जलवा गर तेरा चेहरा मस्कीन गुलाम ऊपर। भी जिहड़ा तेरा चेहरा है ना, चेहरा गुरमुख ना रखिया वा तुसी, पर तेरा मूँह ते गुरु का मूँह बड़ा फर्क है। उन्हें क्या हो जलवा गर तेरा चेहरा मस्कीन गुलाम ऊपर। फिर आंखों में समा जाए, आंखों में समा जाए तेरी सूरत कर्म करना। जो तुसी रंग बरंगा वेखदे हो ना, बड़ियां चीज़ां वेखण दे नाल खराब करदियां ने तुहानूं। इस वास्ते लिखा है, मेरे पीछे पीछे बोलो, चंगा फिर इहो ही आ। इब्रानियों 12 की दूसरी आयत, चंगा फिर इहो ही आ, अख तेरी होवे, तेरे रब की सूरत होवे। बस एक इलाके विच तूफान आ गया, पिंड डिग डुग पे, कई लोग जख्मी हो गए, हस्पताल दे विच एडमिट किए गए। एक संत आए तो डॉक्टर साहब नूं कहंदे ने, मैं धर्मी जिहड़े लोग ने इत्थे हस्पताल दे विच, मैं उन्हां नूं देखना चाहुंदा। ते वो कहते ना दसो,
की ना उन्होंने कहते सुनियो ध्यान नाल एक बार मूँह तान चुक के दसो सुनते हो डॉक्टर साहब ने क्या उस संत ने भी ना की जरूरत नहीं कहने क्यों मेरे पीछे पीछे बोलो जेड़े धर्मी हुंदे ने उन्होंने चेहरे उत्ते रब दा नाम लिखिया हुंदा है हाथ दे विच तलवार फड़ेगा उहदा नाम दया सिंह पंजां प्यारियां च एक प्यारा तो जदों तलवार देवेगा छड्ड ते पानी फड़ेगा तो उदों उहदा नाम कन्हैया होवेगा किसी ने रिपोर्ट की असी वढ़दे आ ये पानी पिलांदा है ते महाराज ने पूछा कि कन्हैया तू वाकई पानी पिलाना जख्मियां नूं कहंदा हाँ जी ते कहंदा तू उन्हां नूं देख के पानी पिलाना कि सारिਆਂ ਨੂੰ पिलाई जाना कहंदा जी मैं ते पानी उन्होंने पिलाउना तैनूं वेख के पिलाउना मेरी गल तुसीं समझ गए जो लफज कृपान है ना यदा लफज इस तरह आ बोलो किरपा 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 न किरपा उदों हो जाती है जो तू उहदे तो बुरी संगत तो अलग हो जाना आज असी जो शिक्षा प्राप्त कर रहे हैं कि जो तू कवे सो करना जो शब्द कवे सो करना जो जलाल कवे सो करना बस ਇਹਦੇ ਵਿੱਚ ਹੀ ਤੁਹਾਡੀ ਸ਼ਫਾ ਇਹਦੇ ਵਿੱਚ ਹੀ ਤੁਹਾਡੀ ਭਲਾਈ ਆ ਇਹਦੇ ਵਿੱਚ ਹੀ ਤੁਹਾਡੀ ਤਰੱਕੀ ਆ ਹੁਣ ਜਦੋਂ ਅੱਗੇ ਆ ਗਿਆ ਫਿਰ ਉਹ ਤੇ ਡਾਕਟਰ ਸਾਹਿਬ ਉਹਦੇ ਨਾਲ ਕਹਿੰਦਾ ਇਹਦੇ ਜ਼ਖਮ ਵੇਖੋ ਡਾਕਟਰ ਸਾਹਿਬ कहना जख्मी बड़ा कहना चेहरा वेखो कहने चेहरे उत्ते नहीं जख्म नजर आते चेहरे उत्ते रब दा नूर नजर आता बोलो एक लादर बीमार आ ते मर गया मरिया मारता यसू च गलती कढ़ दी है जो तू इत्थे हुंदा तो साडा वीर किन्ना क चिर ना मरेगा तेरा वीर जवाब ही नहीं जिहड़ा ओ लाजर बोलो एक रब दा दोस्त आ लाजर एक रब दा आशिक आ एक रब दा दोस्त है एक रब दा आशिक है दोस्त नाल दोस्ती ना करे जे करना हो तो फिर किसी ने इश्क करे दोस्ती विच मतलब हुंदा ते दोस्ती हुंदी है इश्क विच नहीं हुंदी मर गया जिंदा हो जाएगा वो लाजर कुत्ते जख्म साफ कर दे चूरे पूरे मेज तो डिगे ते खांदा है ते बोलो ओदा शरीर वेखिए शरीर ते फिर जख्म ही जख्म ने ते जे उहदा चेहरा वेखिए ये जिहड़ियां शफावां शहूफां मंगदे ने ना ते मतलब दे वास्ते भगती करदे ने पोती दवीं धी ना पैदा हो जाए नौकरी मिले
सानू आ मिले, सानू आ मिले, सानू आ मिले, सानू आ मिले। नहीं, बोलो दोस्त ता दोस्ती करते आ मतलब पूरा होने वास्ते। आशिक बस दीदार मंगते। सुनते 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 हो? चलो ठीक है। यह देखना डॉक्टर खुद हैरान हो गया भी जख्मी इन्ने चेहरे से कोई गम नहीं। हुण मेरे पीछे पीछे बोलो, धर्मी ओनू क्या जाता है जिहदे उत्ते गरीबी का भी असर कोई ना होवे। अमीर जिन्ना मर्जी हो जाए तद भी असर ना होवे। हनेरा होवे बेशक सारी धरती ते हनेरा हो जावे, ਉਹਦੇ ਉੱਤੇ ਹਨੇਰੇ ਦਾ ਵੀ ਅਸਰ ਨਾ ਹੋਵੇ, ਗਰੀਬੀ ਦਾ ਅਸਰ ਨਾ ਹੋਵੇ, ਤੰਦਰੁਸਤੀ ਦਾ ਅਸਰ ਨਾ ਹੋਵੇ, ਬਿਮਾਰੀ ਦਾ ਵੀ ਅਸਰ ਨਾ ਹੋਵੇ। ਜਿਹਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਉਹ ਕੋਈ ਭਗਤ ਥੋੜੀ ਹੁੰਦਾ। ਦੌਲਤ ਰੱਬ ਹੈ ਇਸ ਦੁਨੀਆ। ਇਹ ਸ਼ੇਰ ਮੈਂ ਲਿਖਿਆ ਸੀ ਨਾ ਜਦੋਂ, दौलत रब है इस दुनिया की। अमीर तो अमीर मरे तो सारा पंजाब सोग करदा, गरीब का भावें इको ही बेटा हो तो गुजर जाए तो गवांढी डीजे भी नहीं बंद करते। दौलत रब है इस दुनिया की है, हर एक पुजारी इसका। इन्हू मत्था टेकना ही पैंदा। जिहड़े बेचारे धर्मी बन के दसवंध नहीं देंदे तो मत्था टेकते ने उन्होंने, किनू? दौलत नूं मत्था टेकते हैं। दौलत कहती तेन पता भी सब तो वड्डी मैं है। विश्वासी कहना ठीक है कोई गल नहीं, असीं तेन छड्डना थोड़ी है। दौलत रब है इस दुनिया की है, हर पुजारी इसका। इस तो बाद हुसन ते दौलत दे दोस्त बथेरे, सच्चे दिल का दोस्त है नहीं लभदा। सच्चे दिल का दोस्त होगा तो उसका नाम खुदावंद यीशु मसीह होगा। तुसी शुगर नाल कैंसर वटाउंदे हो, बोलो दिल नाल दिल वटाउणा, शुगर नाल कैंसर वटाउणा। जिहदा तू वटाउंदे आ उहनूं ब्लड शुगर है, ते जिहदे नाल वटाया उहनूं ब्लड कैंसर है। ते ठीक ही आ, फिर कदी सच नाल भी दिल वटाया करो। अज धर्मी उत्ते दुख सुख का कोई असर नहीं। किसी ने वेख्या सी मेरे पैरी उदों जोड़ा नहीं सी हुंदा ते हुंदा सी ते कपड़े का हुंदा सी ते फटिया हुंदा सी। ते मैनू कहंदा तुसीं जहाज विच बैठे? मैं कहा हाँ जी। कहंदे फिर की लगा सी? मैं कहा जी मैनू लगा सी जिवें मैं जहाज विच बैठा। नहीं उतरा तुहानूं की लगदा सी? मैं कहा मैनूं लगदा है जिवें मैं जहाज दे विच बैठा। कहंदे कदी तुहाडे पैरां दे विच कपड़े दे बूट हुंदे सी? मैं कहा उदों हुंदे सी। ते कहंदे ने हुण ते तुहाडे जोड़े बेशुमार ने। ते मैं क्या हाँ जी। कहते काफ़ी फर्क पैंदा होना ये नाल। फिर मैं उन्होंने दसिया, बोलो नमक राजे दे महल विच होवे फिर भी नमक हुंदा, ते गरीब दी झोपड़ी विच होवे तां फिर भी नमक हुंदा। ते तुसीं नमक हो ना दुनिया दे, तुसीं चिराग हो दुनिया दे।
बोलो रब दे बेटे ओहो ही हुंदे ने जेड़े जेड़े एहो जे हुंदे ने अमीर हो जान हंकारी नहीं हुंदे, गरीब हो जान किसी दे मोहताज नहीं हुंदे। हुण तुसीं सब समझ गए, रब दे बेटे बनना ते रब वर्गे बनना, रब नूं नहीं बनाउणा अपने वर्गा, क्योंकि तुसीं ना बना सके रब नूं। रूह तैनूं इसलिए मिलिया, रब ने इसलिए नहीं दिता भी तू रूह नूं चलावें, ते जे मुबारक बनना ते रूह तैनूं चलावे ते तां तू मुबारक है। जदों रूह कवे दुआ करनी, बोलो जल्दी जल्दी बोलो, जोर ना बोलो, जोर ना बोलो। रूह ने क्या उठ 3 बजे दुआ कर, तेरे घर वाली ने क्या भी तू 4 बजे करी। हुण पता लगेगा भी तेनों घर वाली चलाउंदी है कि पाक रूह चलाउंदी। तेनों न्याणे चलाउंदे ने कि तेनों पाक रूह चलाउंदा, तेनों गुआंढी चलाउंदे ने कि तेनों पाक रूह चलाउंदा। तुहानूं गुआंढणा चलाउंदियां ने कि तेनों पाक रूह चलाउंदा, तेनों गुआंढी चलाउंदे ने कि पाक रूह चलाउंदा। मुबारक तू ही हुंदे ने जिन्हां नूं पाक रूह चलावे। बोलो हाँ। फरवरी दे मार्च दे पहले हफ्ते दे विच एक रात दी दुआ होनी है, ते जिहड़ा हर एक आवेगा ते अहीं सारी रात दुआ विच गुजारनी है। ये पाक रूह कहंदा, सुनते हो? ते जिहड़े जिहड़े नहीं आउणगे हाथ खड़ा करो, हाथ खड़ा करो। अच्छा बड़े सियाणे हो गए तो ठीक है। बोलो आवांगे क्योंकि रूह ने क्या, बस ये तजर्बा हासिल करो, पूरा पूरा तजर्बा हासिल करो। सेवा जिहड़े सेवा करते ने वो पुछते ने घर वाली ने सलाह करके, मां ने सलाह करके, बाप ने सलाह करके। यसु मसीह ने कहा जिहड़े सलाह करके सेवा करना हुंदे ने वो कदी भी नहीं करते। रब दे आशिकी रब दी सेवा कर सकते। मेरी गल समझ रहे हो? समझ रहे हो? जिस्म चलावे, दुनिया चलावे, बंदे चलाउण, सरकार चलावे, वो भगत नहीं हुंदे। भावें 3 जाने सी, सदरक सी, मीसक सी, अब्दनगो सी, सरकार कहती सोने की मूर्त नूं मत्था टेक दो, कहते कोई मत्था सी उन्होंने टेक छड़िया। बार बार कितों मत्था लियाइए, एको ही सी। कहते बचावेगा कौन, कहते जिन्हों मत्था टेकिया। ठीक है सुन रहे हो ना? ठीक है। हुण तुसीं आप ही दसो अग दे विच उन्हां दे नाल हैगा सी कि नहीं? जे चाहुंदे हो ना भी अग विच हो रवे ते पहला तुसीं इह ज्ञान प्राप्त करो, ज्ञान प्राप्त करो। ਵਿਆਹਾਂ ਵਿੱਚ ਜਾਓ, ਗਮਾਂ ਵਿੱਚ ਜਾਓ, खुशियां ਵਿੱਚ जाओ, ਤੁਹਾਡਾ ਚਿਹਰਾ नहीं बदलना चाहिए।
न कभी वो भूलेगा न कभी वो छोड़ेगा। यीशु मसीह है वफादार, यीशु मसीह है वफादार। ਇਹ ਜਿਹੜੇ ਤੈਨੂੰ ਛੱਡਦੇ ਨੇ ਉਹਨਾਂ ਨੂੰ ਨਾ ਮੰਨ, ਉਹਨੂੰ ਮੰਨ ਜਿਹੜਾ ਤੈਨੂੰ ਕਦੇ ਵੀ ਨਹੀਂ ਛੱਡਦਾ। ਹੁਣ ਗੋਡਿਆਂ ਤੇ ਖੜੇ ਹੋ ਜਾਣਾ ਤੁਸੀਂ, ਬਸ 4 ਵਜੇ ਤੜਕੇ ਉੱਠਣਾ ਹੀ ਉੱਠਣਾ ਹੈ ਤੇ ਹਰ ਇੱਕ ਨੂੰ ਖੁਦਾ ਦਾ ਰੂਹ ਜਗਾਵੇਗਾ ਦੁਆ ਕਰਨ ਵਾਸਤੇ। ਇਹ ਅੱਜ ਤੋਂ ਹੱਥ ਖੜੇ ਕਰਕੇ ਮੰਗੋ ਰੱਬ ਕੋਲੋਂ ਤਾਕਤ। ਤੜਕੇ ਜਗਾਵੇਗਾ, ਤੁਸੀਂ ਉੱਠ ਕੇ ਬਹਿ ਜਾਣਾ। ਦੁਆ ਨਹੀਂ ਕਰਨੀ ਆਉਂਦੀ ਤੇ ਤਦ ਵੀ ਬਹਿ ਜਾਣਾ ਤੇ ਇਹ ਉਹ ਸੱਚ ਬੋਲ ਦੇਣਾ ਵੀ ਮੈਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਤੇ ਬਸ ਇਹਨਾਂ ਕਹੀ ਜਾਇਓ ਯਿਸੂ ਤੇਰਾ ਸ਼ੁਕਰ। ਇਹ ਵੀ ਇਬਾਦਤ ਹੈ। ਉੱਠਣਾ ਜ਼ਰੂਰ ਹੈ ਸਵੇਰੇ ਸਵੇਰੇ, ਫਿਰ ਤਾਰੀਫ ਕਰੋ। ਹਾਲੇਲੂਇਆ। ਆਏ ਖੁਦਾਵੰਦ ਇਹ ਰੂਹ ਦੀ ਹਦਾਇਤ ਨਾਲ ਚੱਲਣਾ, ਤੇਰੇ ਕਲਾਮ ਦੇ ਅਨੁਸਾਰ ਚੱਲਣ। ਤੇਰੇ ਬੇਟੇ ਦੇ ਬੇਟੀਆਂ ਨੇ ਇਹਨਾਂ ਨੂੰ ਆਪ ਹੀ ਚਲਾ, ਸਮਝਾ, ਸਿਖਾ ਤੇ ਆਪਣੀ ਸੂਰਤ ਬਣਾ। ਯਿਸੂ ਨਾਸਰੀ ਦੇ ਨਾਮ ਖੜੇ ਹੋਵਾਂਗੇ ਦੁਆ ਵਾਸਤੇ।